ਭਰਾਵਾਂ ਵਾਸਤੇ ਮੈਂ ਤੁਹਾਨੂੰ ਫੇਰ ਇਹ ਗੱਲ ਕਹਿ ਰਿਹਾ ਹਾਂ, ਅਸੀਂ ਇਹ ਗੱਲ ਬਾਰ-ਬਾਰ ਇਹ ਕਹਿੰਦੇ ਰਹੇ ਕਿ ਕਾਨੂੰਨ ਜਿਹੜੇ ਇਹ 3 ਕਾਨੂੰਨ ਹੈ ਇਹ ਇਹਨਾਂ ਦੇ ਹੱਕ 'ਚ ਹੈ, ਇਹ ਵਾਪਸ ਨਹੀਂ ਹੋ ਸਕਦੇ। ਬਿਲਕੁਲ ਸਟੇਟਮੈਂਟ ਦਿੱਤੀ, ਪਰ ਜਦ ਦੇਖਦੇ ਆ ਵੀ ਹਾਲਾਤ ਪੰਜਾਬ ਦੇ ਦਿਨ ਪਰ ਪ੍ਰਤੀਦਿਨ ਆਪਣੇ ਜਿਹੜੇ ਵਿਰੋਧੀ ਤਾਕਤ ਹੈ ਇਹ ਗੁੰਮਰਾਹ ਕਰਕੇ ਮਾਹੌਲ ਖਰਾਬ ਕਰ ਰਹੀ ਹੈ, ਤਾਂ ਕਿ ਆਉਣ ਵਾਲੇ ਸਮੇਂ 'ਚ ਪੰਜਾਬ ਦਾ ਮਾਹੌਲ ਖਰਾਬ ਨਾ ਹੋਵੇ। ਉਹਨਾਂ ਦੀ ਭਾਵਨਾ ਦੀ ਕਦਰ ਕਰਦੇ ਹੋਏ, ਆਪਣੇ ਬਾਬਾ ਨਾਨਕ ਦੇ ਸੰਦੇਸ਼ ਨੂੰ ਮੰਨਦੇ ਹੋਏ ਉਹਨਾਂ ਨੇ ਇਸ ਬਿੱਲਾਂ ਨੂੰ ਵਾਪਸ ਲਿੱਤਾ। ਪਰ ਕੈਪਟਨ ਸਾਹਿਬ ਸਾਡੀ ਪਾਰਟੀ ਦੀ ਆਈਡੀਓਲੋਜੀ ਨੂੰ, ਪਾਰਟੀ ਦੀ ਵਿਚਾਰਧਾਰਾ ਨੂੰ, ਪਾਰਟੀ ਦੀ ਨੀਤੀਆਂ ਨੂੰ ਸਵੀਕਾਰ ਕਰਦੇ ਆ। ਸਾਨੂੰ ਕੋਈ ਇਤਰਾਜ਼ ਨਹੀਂ, ਕੋਈ ਵੀ ਆ ਜਾਵੇ, ਉਹਦੇ ਵਿੱਚ ਕੋਈ ਦਿੱਕਤ ਨਹੀਂ। ਲੇਕਿਨ ਉਹਨਾਂ ਨੇ ਆਪਣੀ ਇੱਛਾ ਜਤਾਈ ਹੈ, ਮੈਂ ਲੜਦਾ, ਮੈਂ ਵੀ ਆਪਣੀ ਇੱਛਾ ਜਤਾ ਰਿਹਾ। ਮੈਂ ਚੁਣਾਵ ਪਟਿਆਲਾ 1 ਤੋਂ ਹੀ ਲੜਨਾ ਚਾਹਾਂਗਾ। ਮੇਰੇ ਪਿਤਾ ਜੀ ਦੀ ਉਰੇ ਸ਼ਹਾਦਤ ਹੋਈ ਹੈ ਔਰ ਲਗਭਗ 1.5 ਲੱਖ ਲੋਕ ਕਰਫਿਊ ਦੇ ਵਿੱਚ ਸ਼ਵ ਯਾਤਰਾ 'ਚ ਸ਼ਾਮਲ ਹੋਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨ ਹੀ ਦੇਸ਼ ਨੂੰ ਸੰਬੋਧਿਤ ਕਰਦੇ ਹੋਏ 3 ਕਿਸਾਨੀ ਬਿੱਲਾਂ ਨੂੰ ਵਾਪਸ ਲੈਣ ਦਾ ਐਲਾਨ ਬੇਸ਼ੱਕ ਕਰ ਦਿੱਤਾ ਗਿਆ, ਪਰ ਪੰਜਾਬ ਦੇ ਬੀਜੇਪੀ ਦੇ ਆਗੂ ਅਤੇ ਲੀਡਰਾਂ ਵੱਲੋਂ ਵਿਵਾਦਿਤ ਬਿਆਨ ਕਿਸਾਨਾਂ ਦੇ ਖਿਲਾਫ ਅਜੇ ਵੀ ਦਿੱਤੇ ਜਾ ਰਹੇ ਨੇ। ਨਾਭਾ ਪਹੁੰਚੇ ਬੀਜੇਪੀ ਪੰਜਾਬ ਦੇ ਸਪੋਕਸਪਰਸਨ ਭੁਪੇਸ਼ ਅਗਰਵਾਲ ਨੇ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਾਨੂੰਨਾਂ ਨੂੰ ਵਾਪਸ ਲੈਣ ਦੀ ਗੱਲ ਕਹੀ ਗਈ ਹੈ, ਪਰ ਕਿਸਾਨ ਅਜੇ ਵੀ ਦਿੱਲੀ ਦੇ ਬਾਰਡਰਾਂ ਤੇ ਡਟੇ ਹੋਏ ਨੇ। ਭੁਪੇਸ਼ ਅਗਰਵਾਲ ਨੇ ਕਿਹਾ ਹੈ ਕਿ ਜੋ ਦਿੱਲੀ ਦੀਆਂ ਬਰੂਹਾਂ ਤੇ ਕਿਸਾਨ ਬੈਠੇ ਨੇ ਉਹਨਾਂ ਦੀਆਂ ਦੁਕਾਨਦਾਰੀਆਂ ਬੰਦ ਹੋ ਗਈਆਂ ਨੇ, ਕਿਉਂਕਿ ਵਿਦੇਸ਼ਾਂ ਵਿੱਚੋਂ ਜੋ ਕਿਸਾਨਾਂ ਨੂੰ ਫੰਡਿੰਗ ਆਉਂਦੀ ਸੀ ਉਹ ਖੁੱਲੇ ਖਰਚੇ ਕਰਦੇ ਸਨ, ਉਹ ਦੁਕਾਨਦਾਰੀ ਕਿਸਾਨਾਂ ਦੀ ਬੰਦ ਹੋਈ ਹੈ। ਭੁਪੇਸ਼ ਅਗਰਵਾਲ ਨੇ ਨਵਜੋਤ ਸਿੰਘ ਸਿੱਧੂ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਵੱਡਾ ਭਰਾ ਕਹਿਣ ਤੇ ਸਿੱਧੂ ਨੂੰ ਦੇਸ਼ ਧਰੋਹੀ ਦਾ ਦਰਜਾ ਦੇ ਦਿੱਤਾ। ਸਾਡੇ ਦੇਸ਼ ਦੇ आदरणीय प्रधानमंत्री नरेंद्र भाई मोदी जी ने गुरपुरब वाले दिन ऐसा ऐतिहासिक फैसला लिया, मेरा ख्याल पूरे पंजाब दे विच तां है ही, पूरे देश दे विच एक खुशी की लहर दौड़ गई। एक दिन पहला ही करतारपुर का लांघा खोलिया और उस तो अगले दिन ये अपने जिहड़े 3 कृषि कानून वापस लिते। उन्होंने ये भी कहा सी कि साडे असी बिल्कुल आत्मा दे नाल, पवित्र आत्मा दे नाल, मैं कह रहा है कि एक कानून किसान, छोटे किसानों के हक दे विच सी, पर साडे किते समझाण च गलती हो गई, जिहदे करके पंजाब दी अमन और शांति नूं देखदे होए, पंजाब दे भाईचारे नूं देखदे होए, किसान भरावां दी अपनी भावना नूं देखते हुए उन्होंने राजनीतिक स्वार्थ छड्ड के चाहे छोटे किसानों के हक च कानून सी वो वापस लिते। हुण थोड़ा प्रश्न है भी हजे भी उत्थे बॉर्डर ते किसान बैठे हैं। मैं अपने पटियाला ते भी मेरे कई चैनलों विच मेरी आपस दे विच असी रूबरू होए हैं, इक्को गल कही है कि हुण केवल बॉर्डर ते वो किसान बैठे हैं या उन्होंने रूप च लोग बैठे हैं जिहड़े जिन्हां नूं इस अपने कानून वापस लैण दा नुकसान होया, जिन्हां दी मैं ये गल डरदे होए बिल्कुल निडरता दे नाल कह सकदा है, केवल वो लोग बैठे हैं जिन्हां दीयां दुकानदारियां बंद हो गई, जिन्हां नूं इस अंदोलन दे नाल इंटरनेशनल फंड्स आंदे सी उहदा फायदा बंद हो गया। केवल वो लोगों की सोच है। और आदरणीय प्रधानमंत्री जी ने गल कही कि किसान भरावो हुण तुसीं अपने घरां 'च जाके अपने त्योहार नूं मनाओ, गल बकड़ियां पाओ। सो इहदे विच हुण कोई डाउट नहीं कि जिहड़ा मुद्दा सी अपोजिशन पार्टी कोल साडे वो एकदम उन्हां तों खोलिया और पूरे पंजाब दे विच अज दी डेट 'च बड़ी खुशी की लहर है और असी बड़े किसान भरावां नूं गलवकड़ियां पा के वधाइयां दे रहे हैं और सानू भी कई किसान भरावां दे बड़े फोन आए हैं कि प्रधानमंत्री जी का बहुत बहुत शुक्रिया। लिखती रूप च सानू दो आश्वासन किस तरह देखते हो? लिखती रूप च हुण दित्ता देखो एक गल सुनो, ये बिल पहला अपना पार्लीमेंट दे विच अपना सारिਆਂ ने बिल पास किया, बिल बनया, फिर कानून बनया। ये इदां तां कुछ नहीं हुंदा, ये जद वापस ही हो जाना है। 29 नवंबर नूं सैशन है और विधिवत जिस तरीके नाल कानून बनता है
ਉਸੇ ਤਰੀਕੇ ਨਾਲ ਕਾਨੂੰਨ ਵਾਪਸ ਹੁੰਦਾ ਹੈ। ਪੰਜਾਬ ਦੇ ਲੀਡਰ ਦਾ ਬੀਜੇਪੀ ਦੇ ਕਹਿੰਦੇ ਸੀ ਕਾਨੂੰਨ ਵਾਪਸ ਨਹੀਂ ਆਉਣਗੇ, ਬਿਆਨ ਚੱਲਦੇ ਰਹੇ ਕਾਫੀ ਵਾਦਾ ਜਿਵੇਂ ਗਰੇਵਾਲ ਤੇ ਗੈਰ ਕਿਸਾਨ ਭਰਾਵਾਂ ਵਾਸਤੇ ਮੈਂ ਤੁਹਾਨੂੰ ਫੇਰ ਇਹ ਗੱਲ ਕਹਿ ਰਿਹਾ ਹਾਂ, ਅਸੀਂ ਇਹ ਗੱਲ ਬਾਰ-ਬਾਰ ਇਹ ਕਹਿੰਦੇ ਰਹੇ ਕਿ ਕਾਨੂੰਨ ਜਿਹੜੇ ਇਹ 3 ਕਾਨੂੰਨ ਹੈ ਇਹ ਇਹਨਾਂ ਦੇ ਹੱਕ 'ਚ ਹੈ, ਇਹ ਵਾਪਸ ਨਹੀਂ ਹੋ ਸਕਦੇ, ਬਿਲਕੁਲ ਸਟੇਟਮੈਂਟ ਦਿੱਤੀ। ਪਰ ਜਦ ਦੇਖਦੇ ਆ ਵੀ ਹਾਲਾਤ ਪੰਜਾਬ ਦੇ ਦਿਨ ਪ੍ਰਤੀ ਦਿਨ ਆਪਣੇ ਜਿਹੜੇ ਵਿਰੋਧੀ ਤਾਕਤ ਹੈ ਇਹ ਗੁੰਮਰਾਹ ਕਰਕੇ ਮਾਹੌਲ ਖਰਾਬ ਕਰ ਰਹੀ ਹੈ, ਤਾਂ ਕਿ ਆਉਣ ਵਾਲੇ ਸਮੇਂ 'ਚ ਪੰਜਾਬ ਦਾ ਮਾਹੌਲ ਖਰਾਬ ਨਾ ਹੋਵੇ, ਉਹਨਾਂ ਦੀ ਭਾਵਨਾ ਦੀ ਕਦਰ ਕਰਦੇ ਹੋਏ ਆਪਣੇ ਬਾਬਾ ਨਾਨਕ ਦੇ ਸੰਦੇਸ਼ ਨੂੰ ਮੰਨਦੇ ਹੋਏ ਉਹਨਾਂ ਨੇ ਇਸ ਬਿੱਲਾਂ ਨੂੰ ਵਾਪਸ ਲਿੱਤਾ ਔਰ ਬਿੱਲ ਇਹਨਾਂ ਦੇ ਹੱਕ 'ਚ ਸੀਗੇ। ਪਰ ਨਰਿੰਦਰ ਮੋਦੀ ਜੀ ਤੁਹਾਨੂੰ ਪਤਾ ਹੈ ਜਦ ਫੈਸਲਾ ਲੈਂਦੇ ਹੈ ਉਹ ਕਦੀ ਰਾਸ਼ਟਰੀ ਸਵਾਰਥ ਲਈ ਨਹੀਂ ਲੈਂਦੇ, ਰਾਸ਼ਟਰੀ ਸੋਚ ਵਾਸਤੇ ਜੋ ਵੀ ਠੀਕ ਹੁੰਦਾ ਹੈ ਤਾਂ ਕਿ ਦੇਸ਼ ਦੀ ਅਮਨ ਸ਼ਾਂਤੀ ਏਕਤਾ ਬਣੀ ਰਹੇ, ਫੈਸਲਾ ਲੈ ਲਿਆ। ਕੈਪਟਨ ਸਾਹਿਬ ਪਟਿਆਲੇ ਤੋਂ ਕਹਿੰਦੇ ਇਲੈਕਸ਼ਨ ਲੜੂੰਗਾ, ਤੁਸੀਂ ਕਿੱਥੋਂ ਲੜੋਗੇ? ਤੁਸੀਂ ਦੇਖੋ ਮੇਰੀ ਗੱਲ ਸੁਣੋ, ਪਟਿਆਲਾ ਮੇਰੇ ਪਿਤਾ ਜੀ ਦੀ ਜਨਮ ਭੂਮੀ ਹੈ, ਕਰਮ ਭੂਮੀ ਹੈ। ਮੇਰੇ ਪਿਤਾ ਅਮਰ ਸ਼ਹੀਦ ਸ਼ੰਭੂ ਪ੍ਰਸਾਦ ਜੀ ਨੂੰ 1987 ਚ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ। ਮੈਨੂੰ ਨਹੀਂ ਪਤਾ ਮੇਰੀ ਅਕਾਲੀ ਦਲ ਨੇ ਜਦ ਤੱਕ ਆਪਣਾ ਸਾਥ ਛੱਡਿਆ ਤਾਂ ਮੈਂ ਪਾਰਟੀ ਨੂੰ ਆਪਣੇ ਵੱਲੋਂ ਨਿਵੇਦਨ ਕੀਤਾ ਕਿ ਮੇਰੇ ਪਿਤਾ ਜੀ ਦੀ ਜਨਮ ਭੂਮੀ ਕਰਮ ਭੂਮੀ ਸ਼ਹਾਦਤ ਹੋਈ ਹੈ। ਲੋਕ ਪਟਿਆਲਾ ਦੇ ਮੈਨੂੰ ਕਹਿੰਦੇ ਆ ਤੁਸੀਂ ਚੁਣਾਵ ਲੜੋ ਔਰ ਸ਼ੰਭੂ ਪ੍ਰਸਾਦ ਜੀ ਦੇ ਰੂਪ ਦੇ ਵਿੱਚ ਅਸੀਂ ਤੁਹਾਨੂੰ ਸ਼ਰਧਾਂਜਲੀ ਦੇਣ ਵਾਸਤੇ ਅਸੀਂ ਨਮਨ ਕਰਨ ਵਾਸਤੇ ਅਸੀਂ ਮੌਕਾ ਮਿਲਿਆ। ਸੋ ਮੈਂ ਵੀ ਆਪਣੀ ਵੱਲੋਂ ਮੇਰੀ ਪਾਰਟੀ ਨੂੰ ਨਿਵੇਦਨ ਕੀਤਾ ਹੈ ਕਿ ਅਗਰ ਮੈਂ ਚੁਣਾਵ ਲੜਨਾ ਚਾਹਾਂਗਾ ਪਟਿਆਲਾ ਪਟਿਆਲਾ ਸ਼ਹਿਰੀ ਤੋਂ ਚੁਣਾਵ ਲੜਨਾ ਚਾਹਾਂਗਾ ਤਾਂ ਕਿ ਮੇਰੇ ਪਿਤਾ ਦੀ ਸ਼ਹਾਦਤ ਦੇ ਵਿੱਚ ਲੋਕ ਸ਼ਰਧਾਂਜਲੀ ਦੇ ਰੂਪ ਚ ਉਹਨਾਂ ਨੂੰ ਨਮਨ ਕਰਕੇ ਸਵੀਕਾਰ ਕਰਨ। ਤੁਹਾਨੂੰ ਲੱਗਦਾ ਵੀ ਪਹਿਲਾਂ ਬੀਜੇਪੀ ਜਿਹੜਾ ਹੈਗਾ ਕੈਪਟਨ ਨਾਲ ਤਾਂ ਹੱਥ ਮਿਲੇ ਗਿਆ ਬੀਜੇਪੀ ਦਾ? ਦੇਖੋ ਇਹ ਕੈਪਟਨ ਸਾਹਿਬ ਕਹਿ ਰਹੇ ਆ ਵੀ ਅਸੀਂ ਹੱਥ ਮਿਲਾ ਲਿਆ, ਇਹ ਤਾਂ ਨੈਸ਼ਨਲ ਲੈਵਲ ਦੇ ਉੱਤੇ ਫੈਸਲਾ ਹੋਣਾ ਹੈ। ਅਗਰ ਕੈਪਟਨ ਸਾਹਿਬ ਸਾਡੀ ਪਾਰਟੀ ਦੀ ਆਈਡੀਓਲੋਜੀ ਨੂੰ, ਪਾਰਟੀ ਦੀ ਵਿਚਾਰਧਾਰਾ ਨੂੰ, ਪਾਰਟੀ ਦੀ ਨੀਤੀਆਂ ਨੂੰ ਸਵੀਕਾਰ ਕਰਦੇ ਆ, ਸਾਨੂੰ ਕੋਈ ਇਤਰਾਜ਼ ਨਹੀਂ, ਕੋਈ ਵੀ ਆ ਜਾਵੇ ਉਹਦੇ ਵਿੱਚ ਕੋਈ ਦਿੱਕਤ ਨਹੀਂ। ਲੇਕਿਨ ਉਹਨਾਂ ਨੇ ਆਪਣੀ ਇੱਛਾ ਜਤਾਈ ਹੈ, ਮੈਂ ਲੜਦਾ, ਮੈਂ ਵੀ ਆਪਣੀ ਇੱਛਾ ਜਤਾ ਰਿਹਾ। ਮੈਂ ਚੁਣਾਵ ਪਟਿਆਲਾ 1 ਤੋਂ ਹੀ ਲੜਨਾ ਚਾਹਾਂਗਾ। ਮੇਰੇ ਪਿਤਾ ਜੀ ਦੀ ਉਹਦੇ ਸ਼ਹਾਦਤ ਹੋਈ ਹੈ ਔਰ ਲਗਭਗ 1.5 ਲੱਖ ਲੋਕ ਕਰਫਿਊ ਦੇ ਵਿੱਚ शव यात्रा च शामिल हुए और मैनू हर रोज मैसेज आ रहे हैं अब समय आया है अमर शहीद शंभू प्रसाद जी को श्रद्धांजलि देने का, हम उनको नमन करना चाहते हैं। भूपेश जी पटियाला से आप टिकट लेके आओ। मैं प्रार्थना करदा अपनी पार्टी नू, निवेदन करदा निवेदन करन दा मंगन दा हर बंदे नू हक है। अगर मेरी पार्टी मैनू आदेश करेगी मैं पटियाला शहरी तो ही चुनाव लड़ना चाहांगा तो उहदे मेरे सामने चाहे कोई भी उम्मीदवार होवे ਮੈਨੂੰ ਉਸਦੀ ਕੋਈ ਪਰਵਾਹ ਨਹੀਂ। ਪ੍ਰਗਟ ਸਿੰਘ ਤਾਂ ਕਹਿੰਦੇ ਵੀ ਕੈਪਟਨ 3.5 ਸਾਲ ਪਹਿਲਾਂ ਹੀ ਜਿਹੜੇ ਬੀਜੇਪੀ ਨਾਲ ਹੱਥ ਮਿਲਾ ਦਿੱਤੇ। ਦੇਖੋ ਉਹ ਤਾਂ ਸਾਰੇ ਕਹਿੰਦੇ, ਹੁਣ ਲੋਕ ਚੰਨੀ ਨੂੰ ਵੀ ਕਹਿੰਦੇ ਬੀਜੇਪੀ ਨੂੰ ਹੱਥ ਮਿਲਾ ਚੁੱਕੇ, ਜਿਹੜਾ ਲੋਕ ਜਾਂਦਾ ਅਮਿਤ ਸ਼ਾਹ ਕੋਲ ਸਾਰੇ ਹੀ ਕਹਿੰਦੇ ਆ, ਇਹ ਕੋਈ ਉਹਦੇ ਵਿੱਚ ਨਹੀਂ ਹੁੰਦਾ। ਅਸੀਂ ਸਿਰਫ ਕੈਪਟਨ ਸਾਹਿਬ ਦੀ ਇੱਕ ਗੱਲ ਤੇ ਤਾਰੀਫ ਕਰਦੇ ਆ, ਉਹਨਾਂ ਨੇ ਰਾਸ਼ਟਰਵਾਦੀ ਹੈ, ਰਾਸ਼ਟਰ ਦੀ ਸੋਚ ਹੈ। ਨਵਜੋਤ ਸਿੰਘ ਸਿੱਧੂ, ਹੁਣ ਇਮਰਾਨ ਖਾਨ ਮੇਰਾ ਬੜਾ ਭਾਈ ਹੈ, ਅੱਜ ਬੜਾ ਭਾਅ ਬਣਾ ਲਿਆ। ਇਹ ਤਾਂ ਗਾਂਧੀ ਹੈ, ਗਾਂਧੀ, ਪਰ ਇਹ ਇਹਨਾਂ ਲਈ ਕੋਈ ਵੱਡੀ ਗੱਲ ਨਹੀਂ। देखो प्रियंका गांधी, राहुल गांधी, इन्होंने पहले ही अपने सारे इन्होंने हथ मिलाए हुए हैं। अज जे इसने अपने बड़े भाई इमरान नू बना लिया तो की खास गल है? डेलीगेट जे बाहर जाता तो किसी लीडर नू बड़ा भाई कहना कोई माड़ी गल तां नहीं? डेलीगेट बड़ा भरा अच्छे इंसान नू कहना जिहड़ा साडे मुल्क दा दुश्मन हो गए, ਜਿਹੜੇ ਸਾਡੇ ਦੇਸ਼ ਦਾ ਦੁਸ਼ਮਣ ਹੋ ਗਏ, ਜਿਹੜੇ ਉਰੇ ਡਰੋਨ ਬਾਰਡਰਾਂ ਦੇ ਉੱਤੇ ਡਰੋਨ ਰਹੀ ਨਸ਼ਾ ਤਸਕਰੀ ਡਿਸਟ੍ਰੀਬਿਊਟ ਕਰਦਾ ਹੈ, ਆਪਣੇ ਹਥਿਆਰ ਭੇਜਦਾ ਹੈ, ਆਤੰਕਵਾਦ ਪੈਦਾ ਕਰਦਾ ਹੈ, ਪੰਜਾਬ ਨੂੰ ਡਿਸਟਰਬ ਕਰਦਾ ਹੈ। ਐਸੇ ਦੋਸਤ ਦੇ ਨਾਲ ਜੇ ਤੁਸੀਂ ਕਿਸੇ ਬੁਰੇ ਲੁੱਚੇ ਆਦਮੀ ਦੇ ਨਾਲ ਫਿਰ ਰਹੇ ਹੋ, ਉਹ ਤੁਹਾਨੂੰ ਪੁੱਛਣਗੇ ਕਿੱਧਰ ਜਾ ਰਹੇ ਹੋ ਤੁਸੀਂ, ਲੋਕ ਦੇਖਦੇ ਹੈ। ਸੋ ਪਾਕਿਸਤਾਨ ਸਾਡਾ ਪਹਿਲਾਂ ਤੋਂ ਦੁਸ਼ਮਣ ਸੀ, ਉਹਦੀ ਸੋਚ ਹੈ ਹਿੰਦੁਸਤਾਨ ਦੇ ਵਿੱਚ ਡਿਸਟਰਬੈਂਸ ਪੈਦਾ ਕਰਨੀ, ਉਹਦੀ ਸੋਚ ਹੈ ਹਿੰਦੁਸਤਾਨ ਪੰਜਾਬ ਦਾ ਮਾਹੌਲ ਕਰਨਾ। ਸੋ ਇਸ ਕਰਕੇ ਜਿਹੜਾ ਵੀ ਬੰਦਾ ਉਸ ਦੇ ਨਾਲ ਜੱਫੀ ਪਾਉਂਦਾ ਅਸੀਂ ਤਾਂ ਉਸਨੂੰ ਦੇਸ਼ ਦਰੋਹੀ ਕਹਿੰਦੇ ਹਾਂ। ਸਿਰਫ ਨਵਜੋਤ ਸਿੰਘ ਸਿੱਧੂ ਆਪਣੀ ਰਾਜਨੀਤੀ ਵਾਸਤੇ, ਆਪਣੇ ਸਵਾਰਥ ਲਈ, ਆਪਣੇ ਆਪ ਨੂੰ ਚਮਕਾਉਣ ਲਈ, ਆਪਣੇ ਆਪ ਨੂੰ ਡਾਇਲੋਗਬਾਜੀ, ਨਾਟਕਬਾਜੀ, ਸਰਕਸਬਾਜੀ ਜਿਹੜੀ ਆਦਤਾਂ ਕਰਦਾ ਆ ਰਿਹਾ, ਹੁਣ ਇਹਦੀ ਸਰਕਸ ਲੰਬੀ ਦੇਰ ਚੱਲਣੀ ਨਹੀਂ। 2022 ਦੇ ਚੁਣਾਵਾਂ 'ਚ ਜਿਹੜੀ ਐ ਉਂਗਲੀ ਕਰਦਾ ਇਹਦੀ ਲੋਕਾਂ ਨੇ ਉਂਗਲੀ ਬਿਠਾ ਦੇਣੀ ਹੈ ਔਰ ਖੁਦ ਬ ਖੁਦ ਆਪਣੇ ਆਪ ਇਹ ਰਾਜਨੀਤੀ ਤੋਂ ਸੰਨਿਆਸ ਲਏਗਾ। ਸੋ ਇਸ ਕਰਕੇ ਅੱਜ ਦੀ ਡੇਟ ਦੇ ਵਿੱਚ ਲੋਕ ਆਦਰਨੀय ਮੋਦੀ ਜੀ ਦੇ ਨਾਲ। ਬੀਜੇਪੀ ਸਰਕਾਰ ਹੈ, ਫਿਰ ਬਾਰਡਰ ਕਿਉਂ ਨਹੀਂ ਬੰਦ ਕਰਦੀ? ਪੰਜਾਬ ਕਿਉਂ ਬਾਰਡਰ ਖੋਲੇ ਆ, ਸੈਂਟਰ ਬੰਦ ਕਰ ਦੇਵੇ?
ਕਿਹੜੇ border? ਪਾਕਿਸਤਾਨ ਦੇ ਜਿਹੜੇ ਬਾਰਡਰਸ ਹੈ ਸੀਲ ਕਰ ਦੇਣ ਲਾਗਾ ਕੇ ਖੋਲਿਆ ਨਹੀਂ, ਫਿਰ ਉਹ ਗੱਲ ਪਰਮਾਤਮਾ ਦੀ ਜਿੱਥੇ ਸ਼ਰਧਾਲੂਆਂ ਦੀ ਭਾਵਨਾ ਹੈ। ਦੇਖੋ ਮੇਰੀ ਗੱਲ ਸੁਣੋ, 70 ਸਾਲ ਤੋਂ ਕਾਂਗਰਸ ਸਰਕਾਰ ਦਾ ਰਾਜ ਰਿਹਾ ਹੈ। ਉਹ 70 ਸਾਲ ਦੇ ਵਿੱਚ ਕੋਰੀਡੋਰ ਬਣਾਉਣ ਦਾ ਨਿਰਮਾਣ ਕਰਨ ਦਾ ਨਹੀਂ ਸੋਚ ਸਕੀ। ਅੱਜ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਮੰਤਰੀ ਜੀ ਨੇ ਕੋਰੀਡੋਰ ਬਣਾ ਕੇ ਲਾਂਘਾ ਖੋਲਿਆ। ਇਹ ਸਾਰੇ ਕੰਮ ਅੱਛਾ ਕਰਨਾ ਚਾਹੁੰਦੇ ਆ। ਪਰਮਾਤਮਾ ਨਾਮ ਦੀ ਕੋਈ ਚੀਜ਼ ਹੈ? ਪਰਮਾਤਮਾ ਅੱਛੇ ਕੰਮ ਅੱਛੇ ਇਨਸਾਨ ਨੂੰ ਚੁਣਦਾ ਹੈ। ਉਹਨਾਂ ਨੇ ਹੋਰ ਕਿਸੇ ਨੂੰ ਕਿਉਂ ਨਹੀਂ ਚੁਣਿਆ? ਉਹਨਾਂ ਦੇ ਭਾਗਾਂ 'ਚ ਨਹੀਂ, ਉਹਨਾਂ ਦੇ ਕਰਮਾਂ 'ਚ ਨਹੀਂ। ਉਹਨਾਂ ਨੇ ਨਰਿੰਦਰ ਭਾਈ ਮੋਦੀ ਨੂੰ ਚੁਣਿਆ। ਤੂੰ ਸੱਚਾ ਰਾਸ਼ਟਰ ਭਗਤ ਹੈ, ਤੂੰ ਸੱਚਾ ਦੇਸ਼ ਭਗਤ ਹੈ। ਬਾਬਾ ਜੀ ਨੇ ਉਸ ਨੂੰ ਅਬ ਜਾ ਕੇ ਕਿਹਾ, ਜਾਓ ਮੋਦੀ ਜੀ, ਤੁਸੀਂ ਇਹਦਾ ਲਾਂਘਾ ਦਾ ਨਿਰਮਾਣ ਕੀਤਾ, ਤੁਸੀਂ ਉਹ ਲਾਂਘਾ ਖਲਵਾਇਆ, ਹੁਣ ਤੁਸੀਂ ਜਾ ਕੇ ਇਹਨਾਂ ਦੀ ਸ਼ਰਧਾਲੂਆਂ ਦੀ ਸ਼ਰਧਾ ਨੂੰ ਦੇਖਦੇ ਹੋਏ 3 ਕਾਨੂੰਨ ਵੀ ਮਾਫ ਕਰ ਦਿਓ। ਸੋ ਆਉਣ ਵਾਲਾ ਜਿਹੜਾ ਸਮਾਂ ਹੈ ਪੰਜਾਬ ਦੀ ਏਕਤਾ ਦਾ ਬੜਾ ਖੁਸ਼ਹਾਲੀ ਵਾਲਾ ਹੋਏਗਾ। ਕੰਗਨਾ ਰਾਵਤ ਜਿਹੜੀ ਵਿਵਾਦੀ ਬਿਆਨ ਦੇ ਜਾਂਦੀ ਹੈ, ਬੀਜੇਪੀ ਸਰਕਾਰ ਆ ਉਹਨੂੰ ਸਿਕਿਉਰਿਟੀ ਪ੍ਰੋਵਾਈਡ ਕਰਾਉਂਦੀ ਹੈ, ਹੁਣ ਸਿੱਖਾਂ ਦੇ ਖਿਲਾਫ ਹੈ ਜਿਹੜਾ ਉਹਨੇ ਬਿਆਨ ਚੱਲਦਾ ਕਿ ਕੀੜੇ ਮੰਗੋ। ਤੁਹਾਨੂੰ ਲੱਗਦਾ ਵੀ ਸੱਚ ਕਿੰਨਾ ਕੁ ਦੇਖੋ ਠੀਕ ਹੈ? ਗੱਲ ਇਹ ਹੈ, ਕੰਗਨਾ ਰਾਵਤ ਦੀ ਆਪਣੀ ਓਨ ਆਇਡੈਂਟੀਟੀ ਹੈ। ਸਾਡਾ ਭਾਰਤੀ ਜਨਤਾ ਪਾਰਟੀ ਨਾਲ ਉਹਦਾ ਕੋਈ ਤਾਲੁਕ ਨਹੀਂ ਹੈ। ਮੇਰੀ ਗੱਲ ਸੁਣੋ, ਬਾਕੀ ਜੇ ਖਤਰਾ ਹੈ ਸਿਕਿਉਰਿਟੀ ਦਾ, ਉਹਨਾਂ ਨੇ ਕਾਂਗਰਸ ਨੇ ਵੀ ਪ੍ਰੋਵਾਈਡ ਕੀਤੀ ਵੀ ਹੈ, ਪ੍ਰਤਾਪ ਬਾਜਵੇ ਨੇ ਵੀ ਸਿਕਿਉਰਿਟੀ ਦਿੱਤੀ ਵੀ ਹੈ। ਕਿੰਨਾ ਕੁ ਸਹੀ ਹੈ ਵੀ ਕਹਿੰਦੇ ਸਿੱਖਾਂ ਨੂੰ ਕੁਚਲਦਾ ਹੈ ਕੀੜੀਆਂ ਮੰਗੂ ਜਿਹੜੇ ਇਸ ਤਰ੍ਹਾਂ ਦੇ ਬਿਆਨ? ਦੇਖੋ ਕੰਗਨਾ ਰਾਵਤ ਜੇ ਕੋਈ ਵੀ ਗਲਤ ਬਿਆਨ ਦਿੰਦੀ ਹੈ ਤਾਂ ਉਹ ਖੁਦ ਉਹਦੀ ਜ਼ਿੰਮੇਦਾਰ ਹੈ। ਸਾਡੀ ਪਾਰਟੀ ਨਾਲ ਉਹਦਾ ਕੋਈ ਤਾਲੁਕ ਨਹੀਂ ਹੈ। ਪਰ ਅਗਰ ਕੋਈ ਵੀ ਬੰਦਾ ਕਿਸੇ ਵੀ ਸਰਕਾਰ 'ਚ ਅਨਸਿਕਿਉਰ ਫੀਲ ਕਰਦਾ ਹੈ, ਸਰਕਾਰ ਦਾ ਫਰਜ਼ ਬਣਦਾ ਉਹਦੀ ਸੁਰੱਖਿਆ ਕਰਨਾ। ਜੇ ਉਹਨੂੰ ਸਿਕਿਉਰਿਟੀ ਇਨਸਿਕਿਉਰਿਟੀ ਲੱਗੀ ਤਾਂ ਉਹਨੂੰ ਸੁਰੱਖਿਆ ਦੇਤੀ। ਜੇ ਸਿਕਿਉਰਿਟੀ ਹੈਗੀ ਥੋੜੀ ਵੀ ਕਿਸੇ ਦੇ ਖਿਲਾਫ ਭਾਵਨਾ ਦੇ ਖਿਲਾਫ ਬੋਲੇ, ਪਰ ਭਾਵਨਾ ਦੇ ਖਿਲਾਫ ਦੇਖੋ ਉਹਦੇ ਆਪਣੇ ਪਰਸਨਲ ਉਹਦੇ ਬਿਆਨ ਹੈ, ਉਹਦੀ ਪਰਸਨਲ ਪੀੜਾ ਹੈ, ਉਹਦੀ ਪਰਸਨਲ ਕੋਈ ਤਕਲੀਫ ਹੈ। ਜੇ ਤਕਲੀਫ ਉਹ ਜ਼ਾਹਿਰ ਕਰੇਗੀ ਔਰ ਜੋ ਉਹਦੇ ਨਾਲ ਵੀ ਹੋਇਆ ਆਪ ਹੀ ਕਰੇਗੀ। ਸਾਡੀ ਭਾਰਤੀ ਜਨਤਾ ਪਾਰਟੀ ਦਾ ਕੋਈ ਤਾਲੁਕ ਪਦਮ ਸ਼੍ਰੀ ਅਵਾਰਡ ਨਾਲ ਸਨਮਾਨਿਆ ਗਿਆ, ਲੱਗਦਾ ਵੀ ਉਸ ਦੇ ਕਾਬਿਲ ਸੀ ਕਿ ਉਹ? ਦੇਖੋ ਇਹ ਤਾਂ ਹੁਣ ਜਿਹੜਾ ਅਵਾਰਡ ਨਾਲ ਸਨਮਾਨਿਆ ਗਿਆ, ਜੋ ਉਹਦੀ ਕਾਬਲੀਅਤ ਸੀ ਦਿੱਤਾ ਗਿਆ। ਆਉਣ ਵਾਲੇ ਟਾਈਮ 'ਚ ਜੇ ਉਹਦੀ ਕਾਬਲੀਅਤ ਖਤਮ ਹੋ ਜਾਏਗੀ, ਅਵਾਰਡ ਖੋਏ ਵੀ ਜਾਂਦੇ ਆ। ਇਹ ਉਹਦੀ ਆਪਣੀ ਰਿਸਪੌਂਸਿਬਿਲਟੀ ਹੈ, ਉਹਦਾ ਕੀ ਬਿਆਨ ਦੇਣਾ ਨਾ ਦੇਣਾ। ਸਾਡੀ ਪਾਰਟੀ ਦੀ ਕਿਸੇ ਅਹੁਦੇ ਤੇ ਕਿਸੇ ਪਦ ਤੇ ਉੱਤੇ ਨਹੀਂ ਹੈ। ਸੋ ਉਹ ਜਾਣੇ ਤੇ ਉਹਦਾ ਕੰਮ ਜਾਣੇ। ਸਬਸਕ੍ਰਾਈਬ ਕਰੋ BBC ਪੰਜਾਬ ਟੀਵੀ ਨੂੰ ਅਤੇ ਤਾਜ਼ਾ ਤਰੀਨ ਖਬਰਾਂ ਲਈ ਬੈਲ ਦਾ ਬਟਨ ਦਬਾਓ।